Firstly, he was like, ਇਹ ਕਿਸੇ ਹੋਰ ਨੇ ਕੀਤਾ ਆ until I zoom in the video. ਪਰ ਇਹਨਾਂ ਨੇ ਤੁਹਾਡੀ ਕਾਰ ਨੂੰ ਨੁਕਸਾਨ ਕਿਉਂ ਕੀਤਾ ਜਾਂ ਪਹਿਲਾਂ ਵੀ ਕਿਉਂ ਕਰਦੇ ਸੀ? ਰੀਜ਼ਨ ਕੀ ਹੈ? ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਤੇ ਥ੍ਰੈਟ ਆ, so what should I do? They were like, lock yourself inside your house. With his family, he attended a party. On the other end, I was locked inside my house. ਜਦੋਂ ਤੁਸੀਂ ਉਹਨਾਂ ਨੂੰ ਸੀਸੀਟੀਵੀ ਦੀ ਸਾਰੀ ਰਿਕਾਰਡਿੰਗ ਦਿਖਾਈ ਕਿ ਉਹਦੇ ਵਿੱਚ ਤੁਸੀਂ ਇਹ ਸਾਰਾ ਕੁਝ ਡੈਮੇਜ ਕਰ ਰਹੇ ਹੋ, ਤਾਂ ਉਸ ਟਾਈਮ ਉਹਨਾਂ ਦਾ ਕੀ ਰਿਐਕਸ਼ਨ ਸੀ? ਕੌਪ ਨੇ ਆਪ ਕਿਹਾ ਕਿ ਇਹ ਚੀਜ਼ ਪੋਸੀਬਲ ਨਹੀਂ, ਕਿ ਕੋਈ ਸਾਡੇ ਡਿਪਾਰਟਮੈਂਟ ਦਾ ਬੰਦਾ ਹਾਲੇ ਤੱਕ ਕਾਰਵਾਈ ਨਹੀਂ ਕਰਕੇ ਗਿਆ। ਇਸ ਵੇਲੇ ਅਸੀਂ ਬਰੈਂਪਟਨ ਦੇ ਵਿੱਚ ਜਿੱਥੇ ਕਿ ਇੱਕ ਘਟਨਾ ਹੋਈ ਹੈ। ਅਸਲ ਦੇ ਵਿੱਚ ਇੱਕ ਗੁਆਂਢੀ ਦੇ ਵੱਲੋਂ ਦੂਸਰੀ ਗੁਆਂਢੀ ਦੇ ਟੈਨੈਂਟਸ ਦੀ ਕਾਰ ਨੂੰ ਡੈਮੇਜ ਕੀਤਾ ਗਿਆ ਹੈ। ਅਸਲ ਦੇ ਵਿੱਚ ਇਹ ਪੂਰਾ ਮਾਮਲਾ ਕਿਉਂ ਹੋਇਆ ਹੈ, ਇਸ ਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਇਸ ਵਕਤ ਸਾਡੇ ਨਾਲ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਦੀ ਕਾਰ ਖੁਦ ਡੈਮੇਜ ਹੋਈ ਹੈ, ਜੋ ਕਿ ਇੱਥੇ ਪਿਛਲੇ ਲਗਭਗ 2 ਸਾਲ ਤੋਂ ਰਹਿ ਰਹੇ ਨੇ। ਪਹਿਲਾਂ ਕਦੇ ਵੀ ਅਜਿਹਾ ਇੰਸੀਡੈਂਟ ਨਹੀਂ ਹੋਇਆ। ਗੁਆਂਢੀ ਦੇ ਵੱਲੋਂ ਆਖਿਰਕਾਰ ਉਹਨਾਂ ਦੀ ਹੀ ਕਾਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਤੇ ਪੁਲਿਸ ਦਾ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕੀ ਰਵੱਈਆ ਹੈ, ਇਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਹਾਂ ਖੁਦ ਉਸ ਸ਼ਖਸ ਦੇ ਨਾਲ, ਗੌਰਵ ਦੇ ਨਾਲ, ਜਿਨ੍ਹਾਂ ਨਾਲ ਇਹ ਸਾਰੀ ਘਟਨਾ ਹੋਈ ਹੈ। ਸੋ ਗੌਰਵ, ਜਿਨ੍ਹਾਂ ਨਾਲ ਇਸ ਵਕਤ ਇੰਸੀਡੈਂਟ ਹੋਇਆ, ਉਹ ਸਾਡੇ ਨਾਲ ਮੌਜੂਦ ਨੇ। ਗੌਰਵ, ਕੀ ਪੂਰਾ ਇਹ ਮਾਮਲਾ ਹੈ? ਸਭ ਤੋਂ ਪਹਿਲਾਂ ਇਹ ਦੱਸੋ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਨੂੰ? ਇਸ ਏਰੀਏ 'ਚ ਮੈਨੂੰ 2 ਸਾਲ ਹੋ ਗਏ ਆ, ਕੈਨੇਡਾ ਆਏ ਨੂੰ 4 ਸਾਲ ਹੋ ਗਏ ਆ। ਬਹੁਤ ਹੀ ਫਰੈਂਡਲੀ ਨੇਬਰਹੁੱਡ ਆ, ਕਦੇ ਵੀ ਕੋਈ ਇੱਥੇ ਇੰਸੀਡੈਂਟ ਨਹੀਂ ਹੋਇਆ। So this incident happened on 31st night. I was inside my house sleeping, and at the next day morning, my landlord, he told me that there are some dents on your car. मैं बाहर आके देखा, ਗੱਡੀ ਤੇ ਡੈਂਟ ਪਏ ਹੋਏ ਸੀ ਤੇ ਮੈਂ ਦੇਖਦਾ ਪਿਆ ਸੀ। So the person who is living there, he came outside. He approached me that he made a fake story that ਇੱਥੇ ਕੱਲ੍ਹ ਮੁੰਡਿਆਂ ਦੀ ਲੜਾਈ ਹੋਈ ਸੀ। ਸੋ ਮੈਂ ਕਿਹਾ ਭਾਜੀ ਜੇ ਇੰਨਾ ਤੁਹਾਨੂੰ ਪਤਾ, ਸੋ ਆਪਾਂ ਨੰਬਰ ਐਕਸਚੇਂਜ ਕਰਦੇ ਹਾਂ, ਆਪਾਂ ਫਿਰ ਮੈਨੂੰ ਇਨਫੋਰਮੇਸ਼ਨ ਦੇ ਦਿਓ, ਮੈਂ ਕੌਪਸ ਨੂੰ ਦੇ ਦੂੰਗਾ। ਸੋ ਵੀ ਐਕਸਚੇਂਜ ਦੇ ਨੰਬਰ। ਟਿਲ ਦੈਟ ਟਾਈਮ ਮੇਰੇ ਲੈਂਡਲੋਰਡ ਨੇ ਮੈਨੂੰ CCTV ਫੁਟੇਜ ਭੇਜੀ। ਆਈ ਵਾਜ਼ ਵਾਚਿੰਗ ਲਾਈਕ ਦਿਸ ਐਂਡ ਐਜ਼ ਅ ਗੁੱਡ ਸਿਟੀਜ਼ਨ, ਗੁੱਡ ਨੇਬਰ, ਆਈ ਸ਼ੋਡ ਹਿਮ ਬ੍ਰੋ ਲੁੱਕ ਐਟ ਦਿਸ। ਉਹਨੇ ਦੇਖੀ ਤੇ ਉਹਨੂੰ ਪਤਾ ਚੱਲ ਗਿਆ ਕਿ ਹੁਣ ਉਹ ਫੜ ਹੋ ਗਿਆ ਆ। ਸੋ ਹੀ ਵਾਜ਼ ਲਾਈਕ, ਆਈ ਨੋ ਦਿਸ ਪਰਸਨ, ਆਈ ਵਿਲ ਕਵਰ ਅਪ ਆਲ ਦੀ ਡੈਮੇਜਿਸ। ਐਟ ਦੈਟ ਮੋਮੈਂਟ ਮੈਨੂੰ ਪਤਾ ਨਹੀਂ ਸੀ ਕਿ ਇਹੀ ਇਨਸਾਨ ਆ ਜਿਹਨੇ ਆਹ ਡੈਮੇਜ ਕੀਤੇ ਆ। ਸੋ ਜਿਵੇਂ ਤੁਸੀਂ ਡੈਮੇਜ ਦੀ ਗੱਲ ਕੀਤੀ ਆ, ਕੋਈ ਤੁਹਾਡਾ ਉਹਨਾਂ ਨਾਲ ਕੋਈ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਜਾਂ ਕੁਝ? ਤੁਸੀਂ 2 ਸਾਲ ਹੋ ਗਏ, 2 ਸਾਲ ਪਹਿਲਾਂ ਵੀ ਕਦੇ ਕੋਈ ਤੁਹਾਡੀ ਇੱਦਾਂ ਕਾਰ ਡੈਮੇਜ ਕੀਤੀ ਇਹਨਾਂ ਨੇ? ਯੈਸ, ਕੀਤੀ ਉਹਨਾਂ ਨੇ ਡੈਮੇਜ, ਮਾਈਨਰ ਡੈਮੇਜ ਕੀਤੇ ਆ। ਬਲੇਡਸ ਨਾਲ ਪੂਰੇ ਰਬਰ ਤੇ ਕੱਟਸ ਮਾਰੇ ਸੀ। ਐਟਲੀਸਟ 100 ਦਿਸ ਸਾਈਡ, 100 ਦੈਟ ਸਾਈਡ। ਮੇਰੇ ਫਰੈਂਡ ਦੀ ਕਾਰ ਸੀ, ਉਹਦੇ ਬਲਾਈਂਡ ਸਪੌਟ ਚੋਰੀ ਕਰ ਲੈਣੇ ਤੇ ਅੱਜ ਛੋਟੀਆਂ ਚੀਜ਼ਾਂ ਕਰਦੇ ਸੀ। ਸੋ ਤੁਸੀਂ ਉਦੋਂ ਕਦੇ ਨਹੀਂ ਸੋਚਿਆ, ਫੋਲੋ ਕੀਤਾ ਵੀ ਇਹ ਕੌਣ ਕਰ ਰਿਹਾ ਵਾ, ਕਿਉਂ ਕਰ ਰਿਹਾ ਵਾ, ਜਾਂ ਕਦੇ ਇਸ ਦੇ ਬਾਰੇ ਵਿੱਚ ਕੋਈ ਕੰਪਲੇਂਟ ਕੀਤੀ ਹੋਵੇ? ਕਦੇ ਕੰਪਲੇਂਟ ਨਹੀਂ ਕੀਤੀ। ਰੀਜ਼ਨ ਇਹ ਆ, ਵੀ ਆਰ ਲਿਵਿੰਗ ਨੈਕਸਟ ਟੂ ਅ ਸਕੂਲ, ਸੋ ਦੈਟਸ ਅ ਟੈਂਪਲ। ਸੋ ਮੇਰੇ ਦਿਮਾਗ 'ਚ ਇਹ ਸੀ ਕਿ ਛੋਟੇ ਬੱਚੇ ਆ, ਸਕੇਟ ਬੋਰਡਿੰਗ ਕਰਦੇ ਆ, ਬਥੇਰਾ ਕੁਛ ਕਰਦੇ ਆ, ਇੰਜੋਏ ਕਰ ਰਹੇ ਆਪਣੀ ਲਾਈਫ, ਕਰ ਲੈਣ ਦਿਓ। ਛੋਟਾ ਜਿਹਾ ਮਾਈਨਰ ਜਿਹਾ ਨੁਕਸਾਨ ਆ, ਇੰਸ਼ੋਰੈਂਸ 'ਤੇ ਵੀ ਕੀ ਜਾਣਾ ਆਪਾਂ। So but this time we have the CCTV footage and everything. We can see the person clearly who did this. ਜਦੋਂ ਤੁਸੀਂ ਉਹਨਾਂ ਨੂੰ CCTV ਦੀ ਸਾਰੀ ਰਿਕਾਰਡਿੰਗ ਦਿਖਾਈ ਕਿ ਉਹਦੇ ਵਿੱਚ ਤੁਸੀਂ ਇਹ ਸਾਰਾ ਕੁਝ ਡੈਮੇਜ ਕਰ ਰਹੇ ਹੋ, ਤਾਂ ਉਸ ਟਾਈਮ ਉਹਨਾਂ ਦਾ ਕੀ ਰਿਐਕਸ਼ਨ ਸੀ? So firstly he was like, ਇਹ ਕਿਸੇ ਹੋਰ ਨੇ ਕੀਤਾ ਆ, until I zoom in the video. So my reaction was like this and like this, oh you are the same person. ਉਸ ਤੋਂ ਪਹਿਲਾਂ ਇਸ ਬੰਦੇ ਨੇ ਮੈਨੂੰ ਆਫਰ ਕੀਤਾ ਕਿ bro let's go inside. He was like let's go inside, I want to talk to you. I said ਇੰਨਾ ਵੀ ਕੌਨਫੀਡੈਂਟਲੀ ਹੁੰਦਾ, ਮੈਂ ਮਨਾ ਕਰਤਾ। ਜਿੱਦਾਂ ਮੈਂ ਜ਼ੂਮ ਇਨ ਕੀਤਾ, ਮੈਨੂੰ ਪਤਾ ਚੱਲ ਗਿਆ। ਮੈਂ ਆਪਣੀ ਸੇਫਟੀ ਲਈ ਭੱਜਾਂ, ਮੈਂ ਇੱਥੋਂ ਆਪਣੇ ਬੇਸਮੈਂਟ ਦੇ ਅੰਦਰ ਆਪਣੇ ਆਪ ਨੂੰ ਲੌਕ ਕੀਤਾ। ਮੈਂ ਹੁਣੇ ਦੱਸ ਕੇ ਹਟਿਆ, ਨੰਬਰ ਐਕਸਚੇਂਜ ਕਰ ਲਏ ਸੀ, ਇਹਨੇ ਕਾਲਸ ਕਰਨੀਆਂ ਸ਼ੁਰੂ ਕਰਤੀਆਂ। ਤੇ ਪਰ ਇਹਨਾਂ ਨੇ ਤੁਹਾਡੀ ਕਾਰ ਨੂੰ ਨੁਕਸਾਨ ਕਿਉਂ ਕੀਤਾ ਜਾਂ ਪਹਿਲਾਂ ਵੀ ਕਿਉਂ ਕਰਦੇ ਸੀ? ਰੀਜ਼ਨ ਕੀ ਹੈ ਇਹਦਾ? ਰੀਜ਼ਨ ਟਿਪੀਕਲ ਬੈਕਵਰਡ ਮੈਂਟੈਲਿਟੀ ਕਹਿ ਸਕਦਾ ਮੈਂ, ਕਿ ਜਿਹੜੀ ਉਹ ਸਪੇਸ ਆ, ਅਕੋਰਡਿੰਗ ਟੂ ਹਿਮ ਹੀ ਓਨ ਦੈਟ ਪਲੇਸ, ਬਟ ਦੈਟਸ ਏ ਪਬਲਿਕ ਪਾਰਕਿੰਗ, ਵੀ ਕੈਨ ਪਾਰਕ ਦੇਅਰ ਐਨੀ ਟਾਈਮ। ਸੋ ਮੇ ਬੀ ਇਹੀ ਮੈਂਟੈਲਿਟੀ ਆ ਉਸ ਇਨਸਾਨ ਦੀ, ਹੋਰ ਤਾਂ ਕੁਛ ਵੀ ਨਹੀਂ। ਸੋ ਮਤਲਬ ਕਿ ਉਹਨਾਂ ਨੂੰ ਲੱਗਦਾ ਕਿ ਵੀ ਉਹਨਾਂ ਦੀ ਪਾਰਕਿੰਗ ਦੇ ਵਿੱਚ ਤੁਸੀਂ ਪਾਰਕ ਕਰਦੇ ਸੀ, ਤਾਂ ਕਰਕੇ ਉਹ ਤੁਹਾਡੇ ਵਹੀਕਲ ਡੈਮੇਜ ਕਰ ਰਹੇ ਨੇ। ਸੋ ਇਸ ਤੋਂ ਬਾਅਦ ਫਿਰ ਤੁਸੀਂ ਅੱਗੇ ਕੋਈ ਪੁਲਿਸ ਨਾਲ, ਕੋਈ ਇੰਸ਼ੋਰੈਂਸ ਨਾਲ ਗੱਲਬਾਤ ਕੀਤੀ ਇਸ ਦੇ ਬਾਰੇ 'ਚ? ਯੈਸ, the first step I took, I went to the police. So Ontario, I went to that station.
ਉਹਨਾਂ ਨਾਲ ਗੱਲਬਾਤ ਕੀਤੀ, ਸੇਮ ਰਿਐਕਸ਼ਨ ਕਿ ਬਹੁਤ ਹੀ ਸੀਰੀਅਸ ਇਸ਼ੂ ਆ, ਬਟ ਦਿਸ ਡਜ਼ਨਟ ਕਮ ਅੰਡਰ ਦੀ 911, ਸੋ ਵਟ ਵੀ ਕੈਨ ਡੂ। ਉਹਨਾਂ ਨੇ ਮੈਨੂੰ ਆਫਰ ਕੀਤਾ ਕਿ ਨੋਨ ਐਮਰਜੈਂਸੀ ਨੰਬਰ 'ਤੇ ਕਾਲ ਕਰੋ। ਸੋ ਇਸ ਇੰਸੀਡੈਂਟ ਨੂੰ ਹੋ ਗਿਆ 90+ ਆਵਰਸ ਹੋ ਗਏ ਆ, 90+ hours, and still I'm waiting. I have called them more than 18 times, and ਮੈਂ ਇੰਨਾ ਫੈਡ ਅਪ ਹੋ ਗਿਆ ਸੀ, ਮੈਂ 2 ਵਾਰੀ 911 ਨੂੰ ਵੀ ਕਾਲ ਕੀਤੀ ਆ। ਮੈਨੂੰ ਪਤਾ ਉਹ ਇੱਦਾਂ ਦੇ ਕੇਸ ਨਹੀਂ ਡੀਲ ਕਰਦੇ, ਬਟ ਕੋਈ ਮੇਰੀ ਹੈਲਪ ਨਹੀਂ ਕਰ ਰਿਹਾ ਸੀ। ਸੋ ਮੈਂ ਐਟ ਦੀ ਐਂਡ ਉਹੀ ਸੋਲਿਊਸ਼ਨ ਸੀ। ਟੂਡੇ ਅਗੇਨ ਇਨ ਦੀ ਮਾਰਨਿੰਗ ਮੈਂ ਕੰਮ ਤੋਂ ਵਾਪਸ ਆ ਰਿਹਾ ਸੀ, ਮੈਂ ਸਿੱਧਾ ਕੌਪ ਸਟੇਸ਼ਨ ਚੱਲ ਗਿਆ ਅਤੇ ਉਹਨਾਂ ਨੂੰ ਜਾ ਕੇ ਡਿਸਕਸ ਕੀਤਾ ਕਿ ਆਹ ਚੀਜ਼ ਹੋਈ, ਆਹ ਨੁਕਸਾਨ ਹੋਇਆ ਮੇਰੀ ਗੱਡੀ ਨਾਲ। ਸੋ ਹੀ ਵਾਸ ਇਨ ਸ਼ੌਕ ਕਿ ਇਹ ਚੀਜ਼ ਕਿਵੇਂ ਪੋਸੀਬਲ ਆ। ਕੌਪ ਨੇ ਆਪ ਕਿਹਾ ਕਿ ਇਹ ਚੀਜ਼ ਪੋਸੀਬਲ ਨਹੀਂ, ਕਿ ਕੋਈ ਸਾਡੇ ਡਿਪਾਰਟਮੈਂਟ ਦਾ ਬੰਦਾ ਹਾਲੇ ਤੱਕ ਕਾਰਵਾਈ ਨਹੀਂ ਕਰਕੇ ਗਿਆ। ਸੋ ਤੁਸੀਂ ਉਹਨਾਂ ਨੂੰ ਸੀਸੀਟੀਵੀ ਫੁਟੇਜ ਦਿਖਾਈ? ਸੀਸੀਟੀਵੀ ਫੁਟੇਜ ਦਿਖਾਈ, ਉਹਨੇ ਵੀ ਜ਼ੂਮ ਕਰਕੇ ਪਛਾਣ ਲਿਆ, ਕਹਿੰਦਾ ਓਕੇ ਬੰਦਾ ਆਪਾਂ ਰਿਕਗਨਾਈਜ਼ ਕਰ ਸਕਦੇ ਹਾਂ। ਬਹੁਤ ਸੀਰੀਅਸ ਕ੍ਰਾਈਮ ਕੀਤਾ ਉਸ ਬੰਦੇ ਨੇ, ਕਾਫੀ ਸੀਰੀਅਸ ਚਾਰਜਸ ਲੱਗੂਗੇ ਇਸ ਬੰਦੇ 'ਤੇ। ਮੈਂ ਰਿਕੁਐਸਟ ਕੀਤੀ ਕਿ ਪਲੀਜ਼ ਸੈਂਡ ਸਮਵਨ। ਹੀ ਵਾਸ ਲਾਈਕ ਓਕੇ we are right now busy, so let's see what we can do. At 10:59 I was sleeping, so ਮੈਨੂੰ ਕਾਲ ਆਈ ਆ, ਇਨਕਮਿੰਗ ਕਾਲ ਆਈ ਆ ਉਸੇ ਨੋਨ ਐਮਰਜੈਂਸੀ ਨੰਬਰ ਤੋਂ ਕਿ we are dispatching a team, so be ready. I was like okay. At 11:40 I called them back that nobody is here, so what should I do? They said we never call you. ਪ੍ਰੂਫ ਆ ਮੇਰੇ ਕੋਲ, ਇਨਕਮਿੰਗ ਕਾਲ ਆ। ਅਗੇਨ ਮੈਂ 253 'ਤੇ ਕਾਲ ਕੀਤੀ, 350 ਰੀਸੈਂਟਲੀ ਹੁਣੇ ਕਾਲ ਕੀਤੀ ਆ। ਹੁਣ ਉਹ ਕਹਿ ਰਹੇ ਆ ਕਿ ਆਪਾਂ ਤੈਨੂੰ ਕਾਲ ਕਰਕੇ ਇਹ ਕਿਹਾ ਸੀ ਕਿ ਸਾਡੇ ਕੋਲ ਹਲੇ ਪੁਲਿਸ ਵਾਲੇ ਨਹੀਂ ਹੈਗੇ। ਸੋ ਕੋਈ ਤੁੱਕ ਨਹੀਂ ਬਣਦਾ, ਜਮਾਂ ਬੇਸਲੈਸ ਚੀਜ਼ਾਂ ਬਣਾ ਰਹੇ ਆ। ਇੱਦਾਂ ਲੱਗਦਾ ਪਿਆ ਮੈਨੂੰ ਰੇਸਿਜ਼ਮ ਦਾ ਫੀਲ ਹੋ ਰਿਹਾ ਕਿ ਵੀ ਸ਼ਾਇਦ ਮੈਂ ਬਰਾਊਨ ਆ ਤਾਂ ਕਰਕੇ ਇੱਥੇ ਆ ਕੇ ਕੋਈ ਹੈਲਪ ਨਹੀਂ ਕਰਦਾ ਪਿਆ। ਪਰ ਆਲਰੇਡੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਇੰਡੀਅਨ ਨੇ ਕਿ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਆ, ਸੋ ਪੁਲਿਸ ਵਾਲੇ ਤਾਂ ਇੱਥੇ ਦੇ ਆਣਾ। ਸੋ ਦੇ ਆਰ ਟਰੀਟਿੰਗ ਲਾਈਕ ਇਟਸ ਇੰਡੀਅਨ ਵਰਸਸ ਇੰਡੀਅਨ। ਇਹਨਾਂ ਲਈ ਤਾਂ ਇਹ ਡੇਲੀ ਦਾ ਕੰਮ ਆ। ਸੋ ਦੇ ਆਰ ਟਰੀਟਿੰਗ ਲਾਈਕ ਇਨ ਦੈਟ ਵੇ। ਸੋ ਇੰਸ਼ੋਰੈਂਸ ਵਾਲੇ ਕੀ ਕਹਿ ਰਹੇ ਨੇ ਜਿਹੜਾ ਡੈਮੇਜ ਹੋਇਆ? ਇੰਸ਼ੋਰੈਂਸ ਵਾਲੇ ਕਹਿ ਰਹੇ ਆ ਸਾਨੂੰ ਇਹ ਕਾਰ ਚਾਹੀਦੀ ਆ, ਅਸੀਂ ਇਹ ਕਾਰ ਪਿਕ ਕਰਕੇ ਲੈ ਕੇ ਜਾਵਾਂਗੇ, ਦੈਨ ਯੂ ਵਿਲ ਗੈਟ ਦੀ ਰੈਂਟਲ ਕਾਰ। ਕੋਪਸ ਆਰ ਸੇਇੰਗ ਡੂ ਨਾਟ ਟੱਚ ਦਿਸ ਕਾਰ, ਦਿਸ ਇਜ਼ ਅ ਕ੍ਰਾਈਮ ਸੀਨ। ਸੋ ਆਈ ਐਮ ਸਟਕ ਇਨ ਬਿਟਵੀਨ, ਫਰੋਮ ਮਾਈ ਐਕਸਪੈਂਸਿਸ, ਫਰੋਮ ਮਾਈ ਪੋਕਟ ਆਈ ਗੋਟ ਦਿਸ ਕਾਰ। ਸੋ ਇਹ ਮੈਂ ਡਰਾਈਵ ਕਰਦਾ ਪਿਆ, ਇਹਦੇ ਚਾਰਜਸ ਆਪ ਪੇ ਕਰਦਾ ਪਿਆ। ਇੰਸ਼ੋਰੈਂਸ ਵਾਲੇ ਪਤਾ ਨਹੀਂ ਕਦ ਜਾ ਕੇ ਮੈਨੂੰ ਇਹਦੀ ਕੋਸਟ ਪੇ ਕਰੋਗੇ। ਸੋ ਜਿਵੇਂ ਤੁਸੀਂ ਇਹਦੇ ਬਾਰੇ ਵਿੱਚ ਗੱਲਬਾਤ ਕੀਤੀ ਆ, ਤਾਂ ਕਿੰਨੀ ਕਿਸ ਵਕਤ ਕੋਸਟ ਗੱਲ ਕਰ ਰਿਹਾ ਇਹ ਡੈਮੇਜ ਜਿਹੜੇ ਆ ਸਹੀ ਕਰਨ ਨੂੰ? ਮੈਂ ਕੋਟੇਸ਼ਨ ਲੈ ਕੇ ਆਇਆ ਸੀ ਕਾਫੀ ਕੋਲੀਜਨ ਸੈਂਟਰਸ ਤੋਂ, ਆਟੋ ਸ਼ਾਪਸ ਤੋਂ, 3 ਸ਼ਾਪਸ ਤੋਂ ਲੈ ਕੇ ਆਇਆ। ਕੋਈ 7000 ਕਹਿ ਰਿਹਾ, ਕੋਈ 8000 ਕਹਿ ਰਿਹਾ, ਕੋਈ 10000 ਕਹਿ ਰਿਹਾ। ਰੀਜ਼ਨ ਬਿਹਾਈਂਡ ਦਿਸ ਕਾਰ ਇਜ਼ ਬ੍ਰੈਂਡ ਨਿਊ, 2024 ਮਾਡਲ ਆ, US ਦੀ ਕਾਰ ਆ, ਕੋਈ ਵੀ ਪਾਰਟ ਇਹਦਾ ਅਵੇਲੇਬਲ ਨਹੀਂ। ਸੈਂਸਰ ਤੋੜੇ ਉਸ ਇਨਸਾਨ ਨੇ, ਕੋਈ ਵੀ ਪਾਰਟ ਕਿਤੇ ਵੀ ਅਵੇਲੇਬਲ ਨਹੀਂ ਹੈਗਾ। ਸੋ ਇਹਦੇ ਵਿੱਚ ਕੋਈ ਆਂਢੀ ਗੁਆਂਢੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਤੁਹਾਡੇ ਲੈਂਡਲੋਰਡ ਨੇ ਕੋਈ ਇਹਨਾਂ ਨਾਲ ਸਮਝਾਉਣ ਦੀ ਗੱਲ ਕੀਤੀ ਹੋਵੇ? ਟਿਲ ਨਾਓ ਮੇਰੇ ਲੈਂਡਲੋਰਡ ਨੇ ਮੇਰੀ ਬਹੁਤ ਹੈਲਪ ਕੀਤੀ ਆ, A to Z, ਫਰੋਮ CCTV ਟੂ ਕੁਛ ਵੀ ਮੈਨੂੰ ਗਾਈਡ ਕਰਨਾ ਹੋਵੇ ਉਹੀ ਮੇਰੀ ਹੈਲਪ ਕਰ ਰਹੇ ਆ। ਬਾਕੀ ਨੇਬਰਹੁੱਡ 'ਚੋਂ CCTV ਵਿੱਚ ਘੱਟੋ ਘੱਟ 3-4 ਬੰਦੇ ਸੀਗੇ ਜਿਨ੍ਹਾਂ ਨੇ ਆਹ ਕ੍ਰਾਈਮ ਹੁੰਦੇ ਹੋਏ ਦੇਖਿਆ। ਟਿਲ ਨਾਓ ਇਸ ਗੱਲ ਨੂੰ ਮੇਰੇ ਖਿਆਲ ਨਾਲ 90+ ਆਵਰਸ ਹੋ ਗਏ ਆ, ਮੇਰੇ ਕੋਲ ਕੋਈ ਬੰਦਾ ਨਹੀਂ ਆਇਆ ਕਿ ਇਹ ਅਸੀਂ ਦੇਖਿਆ ਸੀ। ਐਟਲੀਸਟ ਸਾਰਿਆਂ ਨੇ ਆਵਾਜ਼ ਸੁਣੀ ਸੀ। ਮੈਂ ਬੇਸਮੈਂਟ 'ਚ ਰਹਿਣਾ, ਸੋ ਮੈਨੂੰ ਆਵਾਜ਼ ਦਾ ਪਤਾ ਨਹੀਂ ਲੱਗਾ। ਓਬਵੀਅਸ ਗੱਲ ਆ, ਇਹਨੇ ਬੜਕਾਂ ਮਾਰੀਆਂ ਸੀ ਜਦੋਂ ਇਹ ਗੱਡੀ ਬਣ ਰਿਹਾ ਸੀ। ਸੋ ਕੋਈ ਇੱਦਾਂ ਤਾਂ ਨਹੀਂ ਕਿ ਚਲੋ ਤੁਹਾਡੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੋਏਗੀ, ਪਰ ਤੁਹਾਡੇ ਨਾਲ ਜਿਹੜੇ ਰਹਿੰਦੇ ਨੇ ਕੋਈ ਉਹਨਾਂ ਦਾ ਭੁਲੇਖਾ ਖਾ ਕੇ ਕੋਈ ਨਿੱਜੀ ਰੰਜਿਸ਼ 'ਤੇ ਚੱਲਦਿਆਂ ਇਹ ਸਾਰਾ ਕੁਝ ਹੋਇਆ ਹੋਵੇ? ਕਦੇ ਵੀ ਨਹੀਂ। ਅਸੀਂ ਬਹੁਤ, ਮੈਂ ਕਹਿ ਰਿਹਾ, ਫਰੈਂਡਲੀ ਨੇਬਰਹੁੱਡ ਆ, ਨਾਲ ਇੱਕ ਟੈਂਪਲ ਆ, ਨਾਲ ਉਹਦੇ ਬਿਲਕੁਲ ਸਕੂਲ ਆ। ਇੱਥੇ ਕੋਈ ਇੱਦਾਂ ਦੀ ਹਰਕਤ ਕਰ ਹੀ ਨਹੀਂ ਸਕਦਾ। ਤੁਹਾਡੇ ਨਾਲ ਬਿਹੇਵੀਅਰ ਉਂਝ ਪੈਸੇ 2 ਸਾਲ ਦੇ ਰਹਿ ਰਹੇ ਹੋ, ਕਿੱਦਾਂ ਦਾ ਸੀ ਉਹਨਾਂ ਦਾ ਕੋਈ ਪਹਿਲਾਂ? ਆਲਵੇਜ਼ ਹੀ ਵਾਸ ਲਾਈਕ ਵੱਡੇ ਬੱਚੇ ਤੁਸੀਂ ਠੀਕ ਹੋ। ਹਿਸ ਹੈਂਡ ਗੈਸਚਰ ਵਾਸ ਲਾਈਕ ਆਲਵੇਜ਼। ਸੋ ਹੀ ਵਾਸ ਡਰੰਕ ਦੈਟ ਡੇ। ਕਿੰਨੀ ਡਰਿੰਕ ਕੀਤੀ ਸੀ ਮੈਨੂੰ ਨਹੀਂ ਪਤਾ। ਸੋ ਜਦੋਂ ਤੁਸੀਂ ਕਿਹਾ ਹੁਣ ਡੈਮੇਜ ਵਗੈਰਾ ਪੇ ਕਰਨ ਲਈ, ਕੀ ਉਹ ਤਿਆਰ ਨੇ, ਕਿ ਉਹ ਰੈਡੀ ਨੇ ਕਿ ਵੀ ਮੈਂ ਡੈਮੇਜ ਪੇ ਕਰ ਦਿੰਦਾ ਹੈ? ਫਸਟ ਆਫ ਆਲ ਹੀ ਆਫਰ ਮੀ $800 ਜਦੋਂ ਉਹਨੇ ਸਟੋਰੀ ਕ੍ਰੀਏਟ ਕੀਤੀ ਸੀ ਕਿ ਇਹ ਕੋਈ ਕਿਸੇ ਹੋਰ ਥਰਡ ਪਰਸਨ ਨੇ ਕੀਤਾ ਇਹ ਡੈਮੇਜ। ਸੋ ਹੀ ਆਫਰ ਮੀ $800। ਸੋ ਆਫਟਰ ਦੈਟ ਜਦੋਂ ਮੈਨੂੰ ਪਤਾ ਚੱਲ ਗਿਆ, ਹੀ ਆਫਰ ਮੀ $1000। ਓਬਵੀਅਸਲੀ ਗੱਲ ਆ, ਮੈਂ ਇਹਦੇ ਤੋਂ ਪੈਸੇ ਕਿਉਂ ਲਵਾਂਗਾ, ਕੈਸ਼ 'ਚ ਕਿਉਂ ਸੈਟਲਮੈਂਟ ਕਰੂੰਗਾ। ਆਪਾਂ ਕੈਨੇਡਾ 'ਚ ਹਾਂ, ਸੋ ਆਈ ਵਿਲ ਗੋ ਵਿਦ ਮਾਈ ਇੰਸ਼ੋਰੈਂਸ, ਆਈ ਵਿਲ ਗੋ ਵਿਦ ਦੀ ਕੋਪਸ। ਜਿੰਨਾ ਟਾਈਮ ਲੱਗੇ ਮੈਂ ਵੇਟ ਕਰੂੰਗਾ। ਸੋ ਇਹਨਾਂ ਨੇ ਕੋਈ ਸੈਟਲਮੈਂਟ ਲਈ ਤੁਹਾਨੂੰ ਕਾਲ ਵਗੈਰਾ ਕੀਤੀ ਹੈ? ਕੋਈ ਪੇਪਰਸ ਵਗੈਰਾ ਐਕਸਚੇਂਜ ਹੋਏ ਆ ਤੁਹਾਡੇ, ਕੋਈ ਇੰਸ਼ੋਰੈਂਸ ਵਗੈਰਾ? ਨਹੀਂ ਐਕਸਚੇਂਜ ਹੋਏ। ਹੀ ਵਾਂਟਸ ਟੂ ਡੀਲ ਇਨ ਕੈਸ਼। ਸੋ ਹੁਣੇ ਰੀਸੈਂਟਲੀ ਇਸ ਇੰਟਰਵਿਊ ਤੋਂ 40 ਮਿੰਟਸ ਪਹਿਲਾਂ ਮੈਨੂੰ ਕਾਲ ਆਈ ਹੈ ਇਹਦੀ।
ਹੀ ਇਜ਼ ਲਾਈਕ ਟੋਟਲੀ ਚਿਲ, ਉਹਨੂੰ ਕੋਈ ਫਰਕ ਨਹੀਂ ਪਿਆ। ਉਹਦੇ ਲਈ ਇੱਕ ਬਹੁਤ ਹੀ ਮਾਈਨਰ ਜੀ ਚੀਜ਼ ਆ। ਜਦੋਂ ਇਹ ਇੰਸੀਡੈਂਟ ਹੋਇਆ ਸੀ, ਮੈਂ ਕੋਪਸ ਨੂੰ ਜਦੋਂ ਆਹ ਨੋਨ ਐਮਰਜੈਂਸੀ ਨੰਬਰ 'ਤੇ ਕਾਲ ਕੀਤੀ ਸੀ, ਉਹਨਾਂ ਦੀ ਰਿਐਕਸ਼ਨ ਇਹ ਸੀ, ਮੈਂ ਉਹਨਾਂ ਨੂੰ ਕਿਹਾ ਕਿ ਮੇਰੇ 'ਤੇ ਥ੍ਰੈਟ ਆ, ਸੋ ਵਟ ਸ਼ੁਡ ਆਈ ਡੂ। they were like lock yourself inside your house. And for this person, he was wearing suit boot coat pant with his family. He attended a party. On the other end, I was locked inside my house. ਸੋ ਇਹਨਾਂ ਨੇ ਕੋਈ ਤੁਹਾਨੂੰ ਵਰਬਲ ਥ੍ਰੈਟ ਵਗੈਰਾ ਵੀ ਦਿੱਤੀ ਹੈ ਕਿਸੇ ਤਰੀਕੇ ਦੀ, ਜਾਂ ਸਿਰਫ ਤੁਹਾਡੀ ਕਾਰ ਨੂੰ ਹੀ ਨੁਕਸਾਨ ਕੀਤਾ ਹੈ? ਪਹਿਲਾਂ ਕਦੇ ਵੀ ਵਰਬਲ ਥ੍ਰੈਟ ਨਹੀਂ ਹੋਈ। right now after this incident he is approaching me ਕਿ settlement ਕਰ, I am a family man, settlement ਕਰ, ਜਿੱਦਾਂ ਮਰਜੀ ਤੂੰ settlement ਕਰ ਮੇਰੇ ਨਾਲ। he's just saying ਕਿ settlement ਕਰ ਲਾ man, blah blah things, please I am a family man, just think about my family। ਸੋ ਹੁਣ ਤੁਸੀਂ ਕੀ ਚਾਹੁੰਦੇ ਹੋ? ਮੈਂ ਇਨਸਾਫ ਚਾਹੁੰਦਾ, ਜਸਟਿਸ ਚਾਹੁੰਦਾ। ਕੈਨੇਡਾ 'ਚ ਆਪਾਂ ਹੈਗੇ ਹਾਂ, ਲੀਗਲ ਜੋ ਵੀ ਤਰੀਕਾ ਹੈਗਾ ਮੈਂ ਲੀਗਲੀ ਡੀਲ ਕਰੂੰਗਾ। ਮੈਂ ਕੈਸ਼ ਲੈ ਕੇ ਕੀ ਕਰਨਾ? ਲੀਗਲ ਮੈਨੂੰ ਜੋ ਚੀਜ਼ਾਂ ਹੋ ਸਕਦੀਆਂ, ਇੰਸ਼ੋਰੈਂਸ, ਕਾਪਸ, ਇਸ ਬੰਦੇ ਨੂੰ ਆ ਕੇ ਫੜੋ, ਜੋ ਵੀ ਹੋ ਸਕਦਾ, ਦੈਟਸ ਇਟ। ਸੋ ਪੁਲਿਸ ਦੇ ਆਫਿਸਰਸ ਨਾਲ ਕਿਸੇ ਹੋਰ ਨਾਲ ਤੁਹਾਡੀ ਗੱਲ ਹੋਈ ਹੈ ਕੋਈ? ਜਾ ਕੇ ਤੁਸੀਂ ਕਿਹਾ ਤੁਸੀਂ ਪੁਲਿਸ ਸਟੇਸ਼ਨ ਗਏ ਸੀ, ਸੋ ਉਹਨਾਂ ਨੇ ਇੱਕ ਪਾਸੇ ਕਹਿ ਰਹੇ ਕਾਫੀ ਸੀਰੀਅਸ ਕ੍ਰਾਈਮ ਹੈ, ਤੇ ਦੂਜੇ ਪਾਸੇ ਆ ਕੇ ਅਜੇ ਤੱਕ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਕੋਈ ਟਾਈਮ ਦਿੱਤਾ ਤੁਹਾਨੂੰ ਕਿ ਕਦੋਂ ਆਵਾਂਗੇ ਅਸੀਂ? ਨੋ, ਇਟਸ ਬੀਨ ਮੋਰ ਦੈਨ ਅਗੇਨ 100 ਆਵਰਸ। ਮੈਂ ਪੁਲਿਸ ਨੂੰ ਰਿਪੋਰਟ ਕਰ ਹਟਿਆ ਇਹ ਚੀਜ਼। ਜਦੋਂ ਮੈਂ ਉਹਨਾਂ ਨੂੰ ਜਾ ਕੇ CCTV ਸ਼ੋਅ ਕਰਦਾ ਇੱਦਾਂ ਕਰਕੇ, ਦੇ ਆਰ ਲਾਈਕ ਓ ਮੈਨ ਦਿਸ ਇਜ਼ ਸੀਰੀਅਸ। The problem is non-emergency number and 911, they both are different departments. It don't totally different department. 911, I will say they are professional, they will listen to you. ਜਿਹੜੇ ਆ non-emergency ਵਾਲੇ ਆ, ਇਹ ਬਿਲਕੁਲ ਰੇਸਿਸ, ਮੈਨੂੰ ਇਹ ਲੱਗਦਾ ਰੇਸਿਸ ਭਰੇ ਹੋਏ ਆ। ਐਟਲੀਸਟ 18+ ਮੈਂ ਕਾਲਸ ਕਰ ਹਟਿਆ, ਹਮੇਸ਼ਾ ਸੇਮ ਰਿਐਕਸ਼ਨ ਕਿ ਵਾਈ ਯੂ ਆਰ ਬੋਦਰਿੰਗ ਅਸ, ਸਟਾਪ ਡੂਇੰਗ ਓਵਰ ਥਿੰਕਿੰਗ। ਫਸਟ ਕਾਲ ਮੈਂ ਜਦੋਂ ਕੀਤੀ ਸੀ ਤੇ ਮੈਨੂੰ ਉਸ ਲੇਡੀ ਨੇ ਇਹ ਕਿਹਾ ਸੀ ਕਿ ਵਾਈ ਡੋਂਟ ਯੂ ਡੂ settlement with this guy if he is offering you, if he is saying sorry to you. So I was like what if he attacked me? So the reaction was like stop doing overthinking. ਸੋ ਜਿੰਨੀਆਂ ਵੀ ਗੱਡੀਆਂ ਨੂੰ ਹੁਣ ਤੱਕ ਨੁਕਸਾਨ ਹੋਇਆ, ਸਿਰਫ ਤੁਹਾਡੀਆਂ ਜਿਹੜੇ ਰੈਂਟ ਦੇ ਉੱਤੇ ਰਹਿ ਰਹੇ ਹੋ ਟੈਨੈਂਟਸ ਹੋ, ਉਹਨਾਂ ਦੀਆਂ ਗੱਡੀਆਂ ਦਾ ਹੀ ਨੁਕਸਾਨ ਕੀਤਾ, ਜਾਂ ਕੋਈ ਓਨਰ ਦੀ ਗੱਡੀ ਦਾ ਵੀ ਕਦੇ ਨੁਕਸਾਨ ਕੀਤਾ? ਓਨਰ ਹਮੇਸ਼ਾ ਆਪਣੀ ਗੱਡੀ ਗੈਰੇਜ ਦੇ ਅੰਦਰ ਲਾਉਂਦਾ, 100 ਦੀ ਗੱਡੀ ਸੇਫ ਆ। ਸੋ ਆਪਾਂ ਇੱਕ ਗੱਡੀ ਇੱਥੇ ਲਾਉਂਦੇ ਆ। ਮੈਂ ਮੋਸਟ ਆਫ ਦੀ ਟਾਈਮ ਨਾਈਟ ਸ਼ਿਫਟ ਕਰਦਾ ਹਾਂ। ਸੋ ਉਸ ਦਿਨ ਮੇਰੀ ਛੁੱਟੀ ਸੀ, ਡੇ ਆਫ ਸੀ। ਮੈਂ ਘੁੰਮ ਫਿਰ ਕੇ ਆਇਆ ਸੀ ਫਰੈਂਡ ਦੇ ਨਾਲ, ਤੇ ਮੈਂ ਉੱਥੇ ਗੱਡੀ ਪਾਰਕ ਕਰਤੀ। ਮੇਰਾ ਇੱਦਾਂ ਦਾ ਨੇਚਰ ਆ, ਜਦੋਂ ਮੈਂ ਸਟ੍ਰੈਸ 'ਚ ਆਉਣਾ ਐਟਲੀਸਟ 1 to 2 ਆਰ ਮੈਂ ਆਪਣੀ ਗੱਡੀ ਸਪੈਂਡ ਕਰਦਾ ਹਾਂ। ਸੋ ਜੇ ਤੁਸੀਂ CCTV ਫੁਟੇਜ ਦੇਖੋਗੇ, ਅਟੈਕ ਕਰਨ ਤੋਂ ਪਹਿਲਾਂ ਉਹਨੇ ਦਰਵਾਜ਼ਾ ਇੱਦਾਂ ਓਪਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਪੂਰੇ ਨੇਬਰਹੁੱਡ ਨੂੰ ਪਤਾ, ਸਾਰਿਆਂ ਨੂੰ ਪਤਾ। ਮੈਂ ਉਸ ਗੱਡੀ 'ਚ ਜਦੋਂ ਮੈਂ ਅਰਲੀ ਮਾਰਨਿੰਗ ਸ਼ਿਫਟ ਖਤਮ ਕਰਕੇ ਆਉਣਾ ਆ 6 ਵਜੇ, ਮੈਂ ਇਸ ਗੱਡੀ 'ਚ ਘੱਟੋ ਘੱਟ 1 ਘੰਟਾ ਬੈਠਾ ਰਹਿਣਾ, ਘਰਦਿਆਂ ਨਾਲ ਗੱਲ ਕਰਦਾ। ਮੇਰੇ ਲਈ ਉਹ ਗੱਡੀ ਹੀ ਸਭ ਕੁਛ ਆ। ਸੋ ਉਸ ਦਿਨ ਪਤਾ ਨਹੀਂ ਮੇਰੀ ਸ਼ਾਇਦ ਵਧੀਆ, ਮੇਰਾ ਲੱਕ ਵਧੀਆ ਸੀ। ਮੈਂ ਆਇਆ, ਮੈਂ ਆਪਣੀ ਗੱਡੀ ਪਾਰਕ ਕੀਤੀ, ਸਿੱਧਾ ਮੈਂ ਘਰ ਦੇ ਅੰਦਰ ਆ ਗਿਆ। ਜੇ ਮੈਂ ਉਸ ਗੱਡੀ ਦੇ ਅੰਦਰ ਆਉਂਦਾ, ਸਿਰਫ ਮੈਂ 10:55 'ਤੇ ਮੇ ਵੀ ਆਇਆ ਹੋਊਗਾ, 11:55 'ਤੇ ਨੇ ਅਟੈਕ ਕੀਤਾ ਹੈ। ਸੋ ਮੈਂ ਤਾਂ ਸੇਫ ਹੋ ਗਿਆ, ਰੱਬ ਵੱਲੋਂ ਹੋਇਆ, ਪਤਾ ਨਹੀਂ ਕਦਾਂ, ਬਟ ਇਹ ਬੰਦਾ ਫਰੀਲੀ ਘੁੰਮਦਾ ਪਿਆ। ਟਿਲ ਨਾਓ ਇੱਥੇ ਹੀ ਸੀਗਾ ਪੂਰੀ ਫੈਮਿਲੀ ਦੇ ਨਾਲ, ਹੁਣੇ ਚੱਲ ਗਿਆ ਹੋਣਾ ਕਿਤੇ। ਉੱਥੇ ਹੀ ਦੱਸਦੀ ਹੈ ਕਿ ਇਹ ਇੰਟਰਵਿਊ ਰਿਕਾਰਡ ਹੋਣ ਦੇ ਕੁਝ ਹੀ ਸਮੇਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਤੇ ਹੁਣ ਇਹ ਮਾਮਲਾ ਅਦਾਲਤ ਦੇ ਵਿੱਚ ਹੈ। ਇਸ ਮਾਮਲੇ ਬਾਰੇ ਵਿੱਚ ਦੂਸਰੀ ਪਾਰਟੀ ਨਾਲ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਨਾਂ ਨੂੰ ਸੰਪਰਕ ਸਾਧਿਆ ਗਿਆ, ਪਰ ਉਹਨਾਂ ਦੇ ਵੱਲੋਂ ਇਸ ਮਾਮਲੇ ਉੱਤੇ ਕੋਈ ਵੀ ਜਾਣਕਾਰੀ ਜਾਂ ਕਿਸੇ ਵੀ ਪ੍ਰਕਾਰ ਦੀ ਗੱਲਬਾਤ ਨਹੀਂ ਕੀਤੀ ਗਈ।